ऐसा हर नाम ना चेत्यो, से खाए जग आए राम राजे। ये मानस जन्म दुर्लभ है, नाम बिना बिरथा सब जाए। हुण वतै हर नाम ना बीजो, अगे भुखा क्या खाए। मन मुखानो फिर जन्म है, नानक हर बार। पिछली पौड़ी अंदर सतगुरु जी दे बचनां दी, गुरबाणी दे ज्ञान दी महत्ता सानू सतगुरु जी ने दसना कीती सी। गुरु दे ज्ञान राही असलीयत दी समझ पैंदी है। इस पौड़ी अंदर साडे शरीर दी असलीयत की है, जिसनू विसार के मनुख धर्म तो दूर हुंदा है, उसका जिक्र किया गया। इस पौड़ी दे नाल 2 श्लोक हैं। पहले श्लोक विच मनुख नूं जदों असली तत्त दा ज्ञान नहीं, ये अपनी होंद नूं मन के हौमे दे विच ग्रसिया होया अपना जीवन बेरसा बना लैंदा है, असली मार्ग तो थिड़क जांदा है। उसका जिक्र सतगुरु जी इस श्लोक अंदर करके सानू समझाउणा करदे ने। प्यारिओ, जिंदगी दा असली गहना है निमरता अते मिठास। आओ पहला श्लोक सरवण करिए जी। श्लोक महला पहला, सिंबल रुख सराय राह। अत धीरग अत मुच, कोई जे आवे आस कर, जाए निरासे कित। फल फिके फुल बक बके, कम न आवे पत। मिठत नीवी नानका, गुण चगियाया तत। सबको निवै आप को, पर को निवे ना कोय। तर तराजू तोलिए, निवे सो गौरा होए। अपराधी दूना निवे, जो हंता मिर्गाहे। शीस निवाइए क्या थिए, जा हृदय को सुधे जाए। इस श्लोक अंदर सतगुरु जी ने साडे सन्मुख कुदरत दे करिश्मिਆਂ ਦੀਆਂ कुछ उदाहरणां दित्तियां ने। ये रब्बी खेल है, उस प्यारे वाहिगुरु परमेश्वर का बनाया होया निज़म है कि मनुख दे सिखण वास्ते बहुत कुछ उसने इस कुदरत दे करिश्मिਆਂ विच रख दिता है। ये गल बखरी है कि मनुख दे कोल फुरसत ही नहीं है कि कुदरत दे करिश्मिਆਂ नूं तक लवे। जे फुरसत है तो अपने वेले समय नूं होर पासे ला दिंदा है। उहदा ध्यान ही नहीं है कि कुदरत दे करिश्मिਆਂ दा आनंद माणिया जावे। जे ध्यान आया तो हो सकता है उसदे कोल विचारे कोल
ਪਰਖ ਦ੍ਰਿਸ਼ਟੀ ਨਾ ਹੋਵੇ। ਜਦੋਂ ਕੋਈ ਕਿਸੇ ਪਹਾੜਾਂ ਦੇ ਝਰਨੇ ਦੇ ਕੋਲ ਬੈਠਾ ਹੋਵੇ, ਉਹਨਾਂ ਝਰਨਿਆਂ ਦੀ ਆਵਾਜ਼ ਵਿੱਚੋਂ ਬਹੁਤ ਕੁਝ ਆਨੰਦ ਮਾਣਿਆ ਜਾ ਸਕਦਾ ਹੈ, ਅਗੰਮੀ ਕ੍ਰਿਸ਼ਮੇ ਤਰੰਗਾਂ ਦਾ। ਪਰ ਜੇ ਕੋਲ ਗੁਰੂ ਗਿਆਨ ਦੇ ਰਾਹੀਂ ਅਧਿਆਤਮਿਕਵਾਦ ਦੀਆਂ ਉਡਾਰੀਆਂ ਮਾਰਨ ਦੀ ਸੋਚ ਹੋਵੇ, ਚਿੜੀਆਂ ਦੇ ਚਹਿਚਹਾਉਣ ਦੇ ਵਿੱਚੋਂ ਇੱਕ ਅਗੰਮੀ ਮਸਤੀ ਪ੍ਰਾਪਤ ਕਰ ਸਕਦਾ ਹੈ। ਅਗਰ ਜੀਵਨ ਨਾਮ ਰਸੀਆ ਔਰ ਸੁਰਤ ਦੀ ਉਡਾਰੀ ਗੁਰਬਾਣੀ ਗਿਆਨ ਰਾਹੀਂ ਪ੍ਰੀਤਮ ਕੇ ਦੇਸ਼ ਵਾਲੀ ਹੋਵੇ। ਗੁਰਬਾਣੀ ਅੰਦਰ ਜ਼ਿਕਰ ਹੈ ਕਿ ਭਗਤ ਫਰੀਦ ਜੀ ਬੋਲਦੀ ਹੋਈ ਕੋਇਲ ਦੇ ਬੋਲਾਂ ਨੂੰ ਸੁਣ ਕੇ ਕੋਇਲ ਨੂੰ ਸਵਾਲ ਕਰਦੇ ਪਏ ਨੇ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਕਹਿੰਦੇ ਨੇ ਕਿ ਕੋਇਲ ਦੇ ਨਗਮਿਆਂ ਵਿੱਚੋਂ ਵੀ ਬਾਬਾ ਫਰੀਦ ਜੀ ਨੂੰ ਉੱਤਰ ਮਿਲ ਗਿਆ। ਇੰਜ ਲੱਗਿਆ ਕਿ ਕੋਇਲ ਕਹਿੰਦੀ ਪਈ ਹੈ, ਆਪਣੇ ਪ੍ਰੀਤਮ ਕੈ ਹਉ ਬਿਰਹੋਂ ਜਾਲੀ। ਇਸੇ ਪ੍ਰਕਾਰ ਇੱਕ ਹੋਰ ਕੌਤਕ ਹੈ, ਪਾਣੀ ਦੀਆਂ ਹਰਹਟ ਦੀਆਂ ਟਿੰਡਾਂ ਵਿੱਚੋਂ ਵੀ ਇੰਜ ਲੱਗਿਆ ਕਿ ਤੂੰ ਤੂੰ ਦੀ ਆਵਾਜ਼ ਆ ਰਹੀ ਹੈ। ਹਰ ਹਟ ਭੀ ਤੂੰ ਤੂੰ ਕਰਹਿ ਬੋਲਹਿ ਭਲੀ ਬਾਣ। ਇੰਜ ਕਹਿ ਲੋ ਕਿ ਬੇਅੰਤ ਕ੍ਰਿਸ਼ਮੇ ਨੇ। ਉਹਨਾਂ ਵਿੱਚੋਂ ਇੱਕ ਕੌਤਕ ਬਨਸਪਤੀ ਦੇ ਜਗਤ ਵਿੱਚ ਸਿਮਲ ਨਾਮ ਦੇ ਬ੍ਰਿਕਸ਼ ਦਾ ਇੱਥੇ ਜ਼ਿਕਰ ਕਰਦੇ ਹਾਂ। ਸਤਿਗੁਰੂ ਜੀ ਕਹਿੰਦੇ ਸਿਮਲ ਰੁੱਖ ਸਰਾਇਰਾ। ਸਰਾਇਰਾ ਦੇ ਅਰਥ ਨੇ ਸਿੱਧਾ। ਅਤ ਦੀਰਘ ਬਹੁਤ ਲੰਬਾ ਹੁੰਦਾ ਹੈ। ਸਿਮਲ ਦਾ ਰੁੱਖ ਸਿੱਧਾ ਜਾਂਦਾ ਹੈ ਉੱਪਰ ਨੂੰ। ਅਤ ਮੁੱਚ, ਮੁੱਚ ਦੇ ਅਰਥ ਨੇ ਮੋਟਾ। ਇਹ ਮੋਟਾ ਬ੍ਰਿਕਸ਼ ਸਿੱਧਾ ਉੱਪਰ ਨੂੰ ਲੰਬਾ ਜਾਣ ਵਾਲਾ। ਪਰ ਓਏ ਜੇ ਆਵਹਿ ਆਸ ਕਰ ਜਾਹਿ ਨਿਰਾਸੇ ਕਿਤ। ਬੜੀ ਦੂਰੋਂ ਪੰਛੀਆਂ ਨੂੰ ਦਿਖਾਈ ਦਿੰਦਾ। ਉਹ ਪੰਛੀ ਵਿਚਾਰੇ ਫਲ ਖਾਣ ਦੀ ਆਸ ਵਿੱਚ ਆਉਂਦੇ ਨੇ, ਪਰ ਆ ਕੇ ਨਿਰਾਸ਼ ਹੋ ਕੇ ਜਾਂਦੇ ਨੇ। ਪਤਾ ਜੇ ਕਿਉਂ? ਫਲ ਫਿੱਕੇ, ਫੁੱਲ ਬੱਕ-ਬੱਕੇ। ਬੱਕ-ਬੱਕੇ ਹੁੰਦਾ ਬੇਸੁਆਦੇ। ਇਹਦੇ ਜੋ ਫਲ ਲੱਗਦੇ ਨੇ ਉਹ ਫਿੱਕੇ ਨੇ। ਇਹਦੇ ਫਲਾਂ ਵਿੱਚ, ਫੁੱਲਾਂ ਵਿੱਚ ਕੋਈ ਰਸ ਨਹੀਂ ਹੈ। ਇੱਥੋਂ ਤੱਕ ਕਾਮਨਾ ਆਵਹਿ ਪਤ, ਇਹਦੇ ਪੱਤੇ ਵੀ ਕਿਸੇ ਕੰਮ ਨਹੀਂ ਆਉਂਦੇ। ਸਤਿਗੁਰੂ ਕਹਿੰਦੇ ਇਸੇ ਪ੍ਰਕਾਰ ਪਿਆਰਿਓ, ਹਉਮੈ ਹੰਕਾਰ ਨਾਲ ਭਰਿਆ ਹੋਇਆ ਜੀਵਨ ਵੀ ਬੇਰਸਾ ਜੀਵਨ ਹੈ। ਕਿਸੇ ਨੂੰ ਰਸ ਨਹੀਂ ਦੇ ਸਕੇਗਾ, ਕਿਸੇ ਨੂੰ ਨਿੱਘ ਨਹੀਂ ਦੇ ਸਕੇਗਾ, ਕਿਉਂਕਿ ਨਿੱਘ ਮਿਲਦਾ ਪਿਆਰ ਦੇ ਵਿੱਚੋਂ। ਜਿੱਥੇ ਪਿਆਰ ਹੋਵੇਗਾ ਉੱਥੇ ਮਿਠਾਸ ਹੋਵੇਗੀ, ਤੇ ਮਿਠਾਸ ਇੱਕ ਬਹੁਤ ਵੱਡਾ ਗੁਣ ਹੈ ਜਿਹੜਾ ਨਿਮਰਤਾ ਵਿੱਚੋਂ ਪੈਦਾ ਹੁੰਦਾ ਹੈ। ਹਉਮੈ ਦੇ ਵਿੱਚੋਂ ਕੁੜੱਤਣ ਪੈਦਾ ਹੁੰਦੀ ਹੈ, ਨਿਮਰਤਾ ਵਿੱਚੋਂ ਮਿਠਾਸ ਪੈਦਾ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਦੁਨੀਆ ਦੀਆਂ ਸਾਰੀਆਂ ਚੰਗਿਆਈਆਂ ਤੇ ਸਾਰੇ ਗੁਣਾਂ ਦਾ ਅਸਲੀ ਤੱਤ ਹੈ ਮਿੱਠਤ ਤੇ ਨਿਮਰਤਾ। ਸਤਿਗੁਰੂ ਕਹਿੰਦੇ ਭਾਵੇਂ ਸਿਧਾਂਤ ਹੈ ਕਿ ਸਭ ਕੋ ਨਿਵੈ ਆਪ ਕੋ, ਪਰ ਕੋ ਨਿਵੈ ਨਾ ਕੋਏ। ਜਦੋਂ ਕੋਈ ਨੀਵਾਂ ਹੁੰਦਾ ਹੈ ਉਹ ਆਪਣੇ ਲਈ, ਕਿਸੇ ਲਈ ਨਹੀਂ। ਕੁਝ ਉਦਾਹਰਣਾਂ ਦਿੱਤੀਆਂ। ਧਰ ਤਾਰਾਜੂ ਤੋਲੀਐ। ਤਾਰਾਜੂ ਤੱਕੜੀ, ਵੇਟ ਤੋਲਣ ਵਾਲੀ, ਭਾਰ ਤੋਲਣ ਵਾਲੀ, ਜਿਸ ਦੇ ਦੋ ਪਲੜੇ ਹੁੰਦੇ ਨੇ। ਜਿਹੜਾ ਪਲੜਾ ਭਾਰੀ ਹੋਵੇਗਾ, ਨਿਵੈ ਸੋ ਗੌਰਾ ਹੋਏ, ਉਹ ਨਿਮ ਜਾਂਦਾ, ਜਿਹਦੇ 'ਚ ਵਸਤੂ ਜ਼ਿਆਦਾ ਪਾਈ ਹੁੰਦੀ ਹੈ, ਤੇ ਨੀਵਾਂ ਹੋਣ ਕਰਕੇ ਉਸ ਨੂੰ ਭਾਰਾ ਮੰਨਿਆ ਜਾਂਦਾ। ਪਰ ਸਤਿਗੁਰੂ ਜੀ ਕਹਿੰਦੇ ਇਹ ਨੀਵਾਂ ਹੋਣ ਦੇ ਅਰਥ ਜਾਣ ਲਿਓ। ਇੱਕ ਐਸਾ ਵੀ ਕੌਤਕ ਵਰਤਦਾ, ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਏ। ਮਿਰਗਾਂ ਦਾ ਸ਼ਿਕਾਰ ਕਰਨ ਵਾਲਾ ਸ਼ਿਕਾਰੀ ਮਿਰਗ ਨੂੰ ਘਾਤ ਲਾ ਕੇ, ਭਾਵ ਗੋਡਾ ਨੀਵਾਂ ਕਰਕੇ ਤੀਰ ਮਾਰਨ ਵਾਸਤੇ ਬੈਠਦਾ,
ਪਰ ਉਹ ਤੇ ਪਾਪ ਕਮਾਉਣ ਦੇ ਲਈ ਨੀਵਾਂ ਹੋਇਆ, ਆਪਣੇ ਲਈ ਨੀਵਾਂ ਹੋਇਆ। ਇਸ ਲਈ ਨੀਵਾਂ ਹੋਣ ਦੇ ਅਰਥ ਨੇ ਮਨ ਕਰਕੇ ਨਿਮਰਤਾ ਵਿੱਚ ਆ ਜਾਣਾ। ਹਮ ਤਾਜ ਭਲੋ ਸਭ ਕੋਏ, ਗੁਰਬਾਣੀ ਦੀ ਪੰਕਤੀ ਹੈ ਕਿ ਆਪਣੇ ਆਪ ਨੂੰ ਸਾਰਿਆਂ ਤੋਂ ਨੀਵਾਂ ਸਮਝਦਿਆਂ ਸਭ ਨੂੰ ਆਪਣੇ ਆਪ ਤੋਂ ਉੱਤਮ ਸਮਝਣਾ। ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਅੰਦਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਆਪਸ ਕੋ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਉੱਚਾ। ਗੁਰੂ ਦੀਆਂ ਨਜ਼ਰਾਂ ਵਿੱਚ, ਵਾਹਿਗੁਰੂ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਉੱਚਾ ਉਹ ਹੈ ਜਿਹੜਾ ਆਪਣੇ ਆਪ ਨੂੰ ਨੀਵਾਂ ਮੰਨਦਾ ਹੈ। ਨਹੀਂ ਤੇ ਆਖਰੀ ਪੰਕਤੀ ਸੀ ਸ਼ਲੋਕ ਦੀ, ਸੀਸ ਨਿਵਾਇਐ ਕਿਆ ਥੀਐ, ਜਾਂ ਹਿਰਦੈ ਕਸੁੱਧੇ ਜਾਹੇ। ਜੇ ਹਿਰਦਾ ਹੀ ਪਵਿੱਤਰ ਨਾ ਹੋਇਆ, ਜੇ ਹਿਰਦੇ ਦੇ ਭਾਂਡੇ ਵਿੱਚ ਗੁਰੂ ਪ੍ਰੇਮ ਦਾ, ਪ੍ਰਭੂ ਪ੍ਰੇਮ ਤੇ ਖਲਕਤ ਦੀ, ਦੁਨੀਆ ਦੇ ਪਿਆਰ ਦੀ ਦਾਤ ਨਾ ਪਈ ਪਿਆਰਿਓ, ਤੇ ਫਿਰ ਜੇ ਸੀਸ ਨਿਵਾ ਲਿਆ ਤਾਂ ਕੀ ਹੋ ਗਿਆ? ਕਿਉਂਕਿ ਸੀਸ ਨਿਵਾਇਆ ਕਿਆ ਥੀਆ ਜੈ ਹਿਰਦੈ ਕਸੁੱਧੇ ਜਾਹੇ। ਗੁਰੂ ਦੇ ਸਨਮੁਖ ਜਾ ਕੇ ਆਪਣੇ ਹਿਰਦੇ ਦੇ ਭਾਂਡੇ ਵਿੱਚ ਗੁਰੂ ਪ੍ਰੇਮ ਦੀ ਦਾਤ ਪਵਾਉਣੀ ਹੈ, ਸੇਵਾ ਨਿਮਰਤਾ ਦੀ ਦਾਤ ਪਵਾਉਣੀ ਹੈ, ਮਿਠਾਸ ਦੀ ਦਾਤ ਪਵਾਉਣੀ ਹੈ। ਜੇ ਧਰਮੀ ਦੇ ਅੰਦਰ ਵੀ ਹਉਮੈ ਰਹੀ, ਜੇ ਧਰਮੀ ਦੇ ਅੰਦਰ ਵੀ ਹਉਮੈ ਮਿਟੀ ਨਾ, ਸਤਿਗੁਰੂ ਜੀ ਕਹਿੰਦੇ ਪਿਆਰਿਓ ਫਿਰ ਤੇ ਐਵੇਂ ਕਪਟੀ ਜੀਵਨ ਬਤੀਤ ਕੀਤਾ। ਅਗਲੇ ਸ਼ਲੋਕ ਵਿੱਚ ਐਸੇ ਜੀਵਨ ਨੂੰ ਚੋਟ ਮਾਰੀ ਹੈ। ਆਓ ਪਹਿਲਾਂ ਸ਼ਲੋਕ ਤੇ ਪੌੜੀ ਅੰਕ ਸਰਵਣ ਕਰੀਏ ਜੀ। ਮਹੱਲਾ ਪਹਿਲਾ। ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜ ਸਬਗੁਲ ਸਮਾਦੰ, ਮੁਖ ਝੂਠ ਬੈਭੂਖਣ ਸਾਰੰ, ਤ੍ਰੈਪਾਲ ਤੇ ਹਾਲ ਵਿਚਾਰੰ, ਕਲ ਮਾਲਾ ਤਿਲਕ ਲਿਲਾਟੰ, ਦੋਏ ਧੋਤੀ ਵਸਤਰ ਕਪਾਟੰ, ਜੇ ਜਾਣਸ ਬ੍ਰਹਮੰ ਕਰਮੰ, ਸਭ ਫੋਕਟ ਨਿਸ਼ਚੋ ਕਰਮੰ, ਕੋ ਨਾਨਕ ਨੇਚੋ ਧਿਆਵੇ, ਬਿਨ ਸਤਿਗੁਰ ਵਾਟ ਨ ਪਾਵੇ। ਪੌੜੀ ਕਪੜੂ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਹੁਕਮ ਦੀਏ ਮਨ ਭਾਵਦੇ, ਰਾਹ ਭੀੜੈ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ, ਪਛੋਤਾਵਣਾ, ਪਛੋਤਾਵਣਾ। ਇਸ ਪੌੜੀ ਦੇ ਨਾਲ ਅੰਕਿਤ ਕੀਤੇ ਗਏ 2 ਸ਼ਲੋਕਾਂ ਵਿੱਚੋਂ ਇਹ ਦੂਸਰਾ ਸ਼ਲੋਕ ਜੋ ਸਰਵਣ ਕੀਤਾ ਹੈ, ਇਸ ਵਿੱਚ ਸਤਿਗੁਰੂ ਜੀ ਸਾਨੂੰ ਦੱਸ ਰਹੇ ਨੇ ਕਿ ਪਿਆਰਿਓ, ਜਦੋਂ ਪ੍ਰਭੂ ਦੀ ਸਿਫਤ ਸਲਾਘਾ, ਉਸ ਪਰਮ ਸ਼ਕਤੀ ਵਾਹਿਗੁਰੂ ਜੀ ਦੀਆਂ ਵਡਿਆਈਆਂ ਦਾ ਰਸ ਜੀਵਨ ਅੰਦਰ ਪਵਿੱਤਰਤਾ ਪੈਦਾ ਕਰਨ ਲੱਗ ਜਾਵੇ ਤੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ। ਨਾਮ ਉਤਨਾ ਚਿਰ ਨਹੀਂ ਬਸੇਗਾ ਜਿਤਨਾ ਚਿਰ ਇਸ ਨੂੰ ਆਪਣੀ ਵੱਖਰੀ ਹੋਂਦ ਦਾ ਅਹਿਸਾਸ, ਜਿਸ ਨੂੰ ਹਉਮੈ ਕਿਹਾ, ਈਗੋ ਕਿਹਾ, ਉਹ ਇਹਦੇ ਅੰਦਰੋਂ ਮਿਟਦੀ ਨਹੀਂ, ਉਤਨਾ ਚਿਰ ਨਾਮ ਨਹੀਂ ਬਸੇਗਾ। ਗੁਰਬਾਣੀ ਦਾ ਫੈਸਲਾ ਹੈ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸਾਂ ਇੱਕ ਠਾਹ। ਹਉਮੈ ਤੇ ਨਾਮ ਦੋਨੋਂ ਇੱਕ ਥਾਂ ਤੇ ਵਸਦੇ ਨਹੀਂ।
ਜੇ ਧਰਮੀ ਜੀਵਨ ਦੇ ਅੰਦਰ ਹਉਮੈ ਹੋਵੇ, ਇਹਦਾ ਮਤਲਬ ਉਸਨੇ ਧਰਮ ਦੇ ਜਿਤਨੇ ਕਰਮ ਕੀਤੇ ਨੇ ਉਹ ਕਰਮ ਕਾਂਡ ਤੇ ਖਲੋਤਾ ਹੋਵੇਗਾ। ਇਸ ਸ਼ਲੋਕ ਅੰਦਰ ਬ੍ਰਾਹਮਣ ਦੇ ਅੰਦਰਲੀ ਹਉਮੈ ਦਾ ਜ਼ਿਕਰ ਕਰਦਿਆਂ ਉਹਦੇ ਕੀਤੇ ਹੋਏ ਕਰਮਾਂ ਨੂੰ ਕਰਮ ਕਾਂਡ ਦੇ ਰੂਪ ਵਿੱਚ ਦੱਸਦਿਆਂ ਸਤਿਗੁਰੂ ਜੀ ਧਰਮ ਦੀ ਅਸਲੀ ਤੱਤ ਵਾਲੀ ਸਿਧਾਂਤ ਦੀ ਵਿਚਾਰਧਾਰਾ ਨੂੰ ਪੇਸ਼ ਕਰ ਰਹੇ ਨੇ। ਪੰਕਤੀਆਂ ਹਨ: ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਦੰ। ਪੰਡਿਤ ਧਾਰਮਿਕ ਵੇਦਾਂ ਦੀ ਵਿਚਾਰਧਾਰਾ ਅਨੁਸਾਰ ਸੰਧਿਆ ਕਰਦਾ ਹੈ। ਹੋਰਨਾਂ ਦੇ ਨਾਲ ਇਸ ਦੀ ਵਿਚਾਰ ਚਰਚਾ ਵੀ ਕਰਨੀ, ਮੂਰਤੀ ਪੂਜਾ ਕਰਨੀ ਤੇ ਬਗਲੇ ਵਾਂਗ ਸਮਾਧੀ ਲਾਉਣੀ, ਪਰ ਮੁਖ ਵਿੱਚੋਂ ਝੂਠ ਬੋਲ ਰਿਹਾ। ਸਤਿਗੁਰੂ ਕਹਿੰਦੇ, ਪਿਆਰਿਆ, ਧਰਮ ਦੀ ਵਿਚਾਰ ਕਰਦਿਆਂ ਹਾਲੇ ਤੱਕ ਬੋਲਾਂ ਵਿੱਚੋਂ ਝੂਠ ਮਿਟਿਆ ਨਹੀਂ। ਜੇ ਸਮਾਧੀ ਲਾ ਕੇ ਧਾਰਮਿਕ ਕਿਰਿਆ ਕਰਕੇ ਇਹ ਝੂਠ ਮਿਟਿਆ ਨਹੀਂ, ਇੱਥੋਂ ਤੱਕ ਕਿ ਮੁਖ ਝੂਠ ਵਿਭੂਖਣ ਸਾਰੰ। ਆਪਣੇ ਅੰਦਰੋਂ ਜੋ ਗੱਲ ਕਹਿ ਰਿਹਾ ਉਹ ਝੂਠ ਹੋਣ ਦੇ ਬਾਵਜੂਦ ਵੀ ਇਹਨੂੰ ਆਪਣੇ ਤਰੀਕੇ ਨਾਲ ਸ਼ਿੰਗਾਰ ਕੇ ਸੱਚ ਬਣਾਉਣ ਦੀ ਕੋਸ਼ਿਸ਼ ਕਰਦਾ ਪਿਆ। ਇੱਥੋਂ ਤੱਕ ਕਿ ਰੋਜ਼ਾਨਾ 3 ਵੇਲੇ ਤ੍ਰੈਪਾਲ ਤਿਹਾਲ ਵਿਚਾਰਨ, 3 ਵੇਲੇ ਗਾਇਤਰੀ ਮੰਤਰ ਨੂੰ ਵੀ ਵਿਚਾਰਦਾ। ਗਲ ਮਾਲਾ ਤਿਲਕ ਲਲਾਟੰ, ਗਲ ਵਿੱਚ ਮਾਲਾ ਵੀ ਰੱਖਦਾ, ਮੱਥੇ ਉੱਤੇ ਤਿਲਕ ਵੀ ਲਾਉਂਦਾ ਹੈ, 2 ਧੋਤੀਆਂ ਵੀ ਪਾਸ ਰੱਖਦਾ ਹੈ। ਸੰਧਿਆ ਕਰਨ ਵੇਲੇ ਸਿਰ ਉੱਤੇ ਇੱਕ ਵਸਤਰ ਵੀ ਧਰ ਲੈਂਦਾ ਹੈ। ਇਹ ਉਸ ਵੇਲੇ ਦਾ ਜ਼ਿਕਰ ਹੈ ਜਦੋਂ ਸਤਿਗੁਰੂ ਜੀ ਦਾ ਉਹਨਾਂ ਬ੍ਰਾਹਮਣਾਂ ਦੇ ਨਾਲ ਮਿਲਾਪ ਹੋਇਆ ਜਿਨ੍ਹਾਂ ਦੇ ਜੀਵਨ ਨੂੰ ਅੰਦਰ ਝਾਤੀ ਮਾਰ ਕੇ ਸਤਿਗੁਰੂ ਜੀ ਨੇ ਦੇਖਿਆ ਅੰਦਰ ਝੂਠ ਸੀ। ਉਸ ਦਾ ਜ਼ਿਕਰ ਇਤਿਹਾਸ ਅੰਦਰ ਵੀ ਆਉਂਦਾ ਹੈ ਔਰ ਅਗਲੀ ਪੌੜੀ ਨਾਲ ਜੋ ਸ਼ਲੋਕ ਹੈ ਉਸ ਵਿੱਚ ਇਸ ਸਿਧਾਂਤ ਨੂੰ, ਇਸ ਵਿਚਾਰਧਾਰਾ ਨੂੰ ਸਤਿਗੁਰੂ ਜੀ ਹੋਰ ਨਿਖਾਰਨਗੇ। ਹੁਣ ਆਪਣਾ ਵਿਚਾਰ ਦਿੰਦੇ ਨੇ, ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ। ਜੇ ਪੰਡਿਤ ਰੱਬ ਦੀ ਵਿਚਾਰ ਕਰਨ ਵਾਲੇ ਕੰਮ ਨੂੰ ਜਾਣ ਲਵੇ, ਭਾਵ ਵਾਹਿਗੁਰੂ ਦੀ ਵਡਿਆਈ ਦੇ ਰਸ ਵਿੱਚ ਨਾਮ ਸਿਮਰਨ ਦਾ ਰਸ ਮਾਨਣਾ ਉਸ ਨੂੰ ਸਮਝ ਆ ਜਾਵੇ, ਫਿਰ ਪਤਾ ਲੱਗੇਗਾ ਕਿ ਜਿਹੜੇ ਧਰਮ ਦੇ ਕਰਮਾਂ ਕਰਕੇ ਹਉਮੈ ਦਾ ਪ੍ਰਗਟਾਵਾ ਅੰਦਰ ਹੋਰ ਜਜ਼ਬਾ ਬਣ ਗਿਆ, ਹਉਮੈ ਹੀ ਅੰਦਰ ਰਸ ਬਣ ਗਈ, ਫਿਰ ਪਤਾ ਲੱਗੇਗਾ ਸਭ ਫੋਕਟ ਨਿਸ਼ਚੋ ਕਰਮ। ਇਹ ਤੇ ਐਵੇਂ ਵਿਅਰਥ ਕਰਮ ਨੇ, ਕਹੋ ਨਾਨਕ ਨਿਸ਼ਚੋ ਧਿਆਵੈ, ਵਿਣ ਸਤਿਗੁਰ ਵਾਟ ਨਾ ਪਾਵੈ। ਸਤਿਗੁਰੂ ਕਹਿੰਦੇ, ਪਿਆਰਿਓ, ਸ਼ਰਧਾ ਧਾਰ ਕੇ ਗੁਰੂ ਦੇ ਗਿਆਨ ਰਾਹੀਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਸਿਮਰਨ ਦਾ ਰਸ ਮਾਨਣਾ ਇਹੋ ਹੀ ਰਸਤਾ ਗੁਣਕਾਰੀ ਹੈ। ਇਹ ਰਸਤਾ ਗੁਰੂ ਤੋਂ ਬਿਨਾਂ ਨਹੀਂ ਲੱਭਦਾ। ਹਉਮੈ ਤਾਂ ਮਿਟੇਗੀ ਜੇ ਗੁਰੂ ਦੇ ਗਿਆਨ ਰਾਹੀਂ ਇਹ ਸਮਝ ਪੈ ਜਾਵੇ, ਜਿਹੜੀ ਸਮਝ ਨਾ ਹੋਣ ਕਾਰਨ ਇਹ ਆਪਣੇ ਅੰਦਰ ਹਉਮੈ ਜਗਾਉਂਦਾ ਹੈ। ਸਤਿਗੁਰੂ ਕਹਿੰਦੇ, ਕਦੀ ਸੋਚਿਆ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਇਸ ਸਰੀਰ ਤੇ ਇੱਕ ਆਤਮਾ ਨੇ ਪਹਿਨਿਆ ਹੋਇਆ ਕੱਪੜਾ ਹੈ। ਇਹ ਕੱਪੜਾ ਇੱਕ ਦਿਨ ਇੱਥੇ ਹੀ ਰਹਿ ਜਾਣਾ। ਸਰੀਰ ਦੀ ਖਾਤਰ ਝੂਠ ਬੋਲਦਾ ਪਿਆ ਹੈ ਮਨੁੱਖ, ਸਰੀਰ ਦੇ ਸੁੱਖਾਂ ਦੀ ਖਾਤਰ ਕਪਟ ਕਮਾਉਂਦਾ ਪਿਆ ਹੈ, ਸਰੀਰ ਦੇ ਸੁੱਖਾਂ ਦੀ ਖਾਤਰ ਪਤਾ ਨਹੀਂ ਕੀ ਕੁਛ ਕਰਦਿਆਂ ਹੋਇਆਂ ਅੱਜ ਸੰਸਾਰ ਭਿਆਨਕ ਦ੍ਰਿਸ਼ ਬਣਾ ਦਿੱਤਾ ਹੈ। ਇਹ ਸਰੀਰ ਰੂਪੀ ਕੱਪੜਾ ਇੱਕ ਦਿਨ ਦੁਨੀਆ ਤੇ ਸਭ ਨੇ ਛੱਡ ਜਾਣਾ ਹੈ। ਘਰ ਛੱਡਣੇ ਰਹਾ ਨਾ ਕੋਏ, ਕੋਈ ਵੀ ਐਸਾ ਸੰਸਾਰ ਅੰਦਰ ਨਾ ਆਇਆ ਨਾ ਆਏਗਾ ਕਿ ਜਿਸ ਨੇ ਸਰੀਰ ਨਹੀਂ ਛੱਡਣਾ। ਸਤਿਗੁਰੂ ਦੀ ਬਾਣੀ ਦਾ ਫੈਸਲਾ ਹੈ, ਰਹਿਣ ਨਾ ਪਾਵਹਿ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮੁਨ ਜਨ ਸੇਵਾ। ਅੱਗੇ ਆਵੇਗੀ ਪੰਕਤੀ, ਜੋ ਆਇਆ ਸੋ ਚੱਲ ਸੀ, ਸਭ ਕੋ ਆਈ ਵਾਰੀ ਹੈ। ਫਿਰ ਪਿਆਰਿਓ,
ਜੇ ਇਹ ਸਰੀਰ ਛੱਡਣਾ ਇਕੇ ਵੀ ਸਿਧਾਂਤ ਕਦੀ ਵੀ ਨਹੀਂ ਵਿਸਾਰਨਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਜ਼ਿੰਦਗੀ ਵਿੱਚ ਕੀਤੇ ਹੋਏ ਚੰਗੇ ਕਰਮ ਉਹਦਾ ਫਲ ਵੀ ਤੈਨੂੰ ਹੀ ਮਿਲਣਾ, ਕੀਤੇ ਹੋਏ ਮੰਦੇ ਕਰਮਾਂ ਦਾ ਫਲ ਵੀ ਤੈਨੂੰ ਹੀ ਮਿਲਣਾ। ਮਨੁੱਖ ਕਈ ਵਾਰੀ ਝੂਠ ਬੋਲ ਕੇ ਧਨ ਕਮਾਉਂਦਾ ਹੈ। ਕੀ ਕਦੀ ਸੋਚਿਆ 4 ਟਕਿਆਂ ਦੀ ਕਮਾਈ ਪਿੱਛੇ ਝੂਠ ਬੋਲ ਦਿੱਤਾ ਹੈ? ਜਦੋਂ ਇਸ ਝੂਠ ਦਾ ਫਲ ਤੈਨੂੰ ਭੁਗਤਣਾ ਪਿਆ, ਤੇਰਾ ਸਾਥੀ ਕਿਸੇ ਨੇ ਨਹੀਂ ਬਣਨਾ। ਕਈ ਵਾਰੀ ਛੋਟੇ ਜਿਹੇ ਲੋਭ ਲਾਲਚ ਦੀ ਖਾਤਰ ਕਿਸੇ ਨਾਲ ਧੋਖਾ ਕਰਦਾ ਹੈ, ਕਿਸੇ ਨਾਲ ਕਪਟ ਕਮਾਉਂਦਾ ਹੈ। ਕੀ ਸੋਚਿਆ ਇਹ ਲੋਭ ਦੀ ਪੂਰਤੀ ਲਈ ਧੋਖਾ ਕਰ ਰਿਹਾ ਪਿਆਰਿਆ? ਤੇਰੇ ਕੀਤੇ ਹੋਏ ਧੋਖੇ ਦਾ ਜਿਸ ਦਿਨ ਤੈਨੂੰ ਫਲ ਭੁਗਤਣਾ ਪਿਆ, ਤੂੰ ਕਿਹੜੀਆਂ ਉਮੀਦਾਂ ਵਿੱਚ ਫਿਰਦਾ ਹੈ? ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਨੇ ਕਿ ਇਸ ਸੰਸਾਰ ਅੰਦਰ ਜੇ ਕੋਈ ਆਪਣਾ ਹੈ, ਉਹ ਹੈ ਪ੍ਰਭੂ ਵਾਹਿਗੁਰੂ ਪਰਮੇਸ਼ਰ ਪਿਆਰਾ ਪ੍ਰੀਤਮ। ਪਵਿੱਤਰ ਪੰਕਤੀਆਂ ਨੇ, ਪ੍ਰੀਤਮ ਜਾਨ ਲਿਓ ਮਨ ਮਾਹੀ। ਇਹ ਜਿਹੜੇ ਸੰਸਾਰ ਦੀ ਮਨੁੱਖ ਟੇਕ ਰੱਖੀ ਬੈਠਾ, ਇਹ ਸੰਸਾਰ ਦਾ ਸੁਭਾਅ ਹੈ। ਆਪਣੇ ਸੁਖ ਸਿਉ ਹੀ ਜਗ ਫਾਂਧਿਓ, ਕੋ ਕਾਹੂ ਕੋ ਨਾਹਿ। ਸੰਸਾਰੀ ਜੀਵ ਆਪਣੇ ਸੁੱਖਾਂ ਦੀ ਪੂਰਤੀ ਕਰਨ ਦੇ ਲਈ ਇੱਕ ਦੂਸਰੇ ਨਾਲ ਜੁੜੇ ਹੋਏ ਨੇ। ਸਤਿਗੁਰੂ ਕਹਿੰਦੇ ਜੇ ਕਿਤੇ ਬਿਪਤਾ ਆਨ ਬਣੇ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੂੰ ਦਿਸ ਘੇਰਾ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰ। ਜਦੋਂ ਕਿਸੇ ਤੇ ਬਿਪਤਾ ਆਣ ਪੈਂਦੀ ਹੈ, ਜਦੋਂ ਕਿਸੇ ਦੀ ਜ਼ਿੰਦਗੀ ਵਿੱਚ ਔਖੀਆਂ ਘੜੀਆਂ ਆ ਜਾਂਦੀਆਂ ਨੇ, ਸਾਰੇ ਹੀ ਸਾਥ ਛੱਡ ਜਾਂਦੇ ਨੇ। ਕਦੀ ਉਹ ਸਮਾਂ ਆਣ ਬਣੇ ਜਿਸ ਨੂੰ ਕਿਹਾ ਕਿ ਗਲੀਆਂ ਦੇ ਕੱਖ ਵੈਰੀ ਹੋ ਗਏ। ਇੱਕ ਵਿਦਵਾਨ ਸੱਜਣ ਨੇ ਲਿਖਿਆ, ਉਹ ਕਹਿੰਦਾ ਵਿੱਚ ਦੁਨੀਆ ਦੇ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਢੁੱਕ ਢੁੱਕ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ। ਜਦੋਂ ਕੋਈ ਉੱਚ ਸਿਖਰਾਂ ਤੇ ਤਰੱਕੀਆਂ ਕਰ ਰਿਹਾ, ਹਰ ਕੋਈ ਉਹਦੇ ਨੇੜੇ ਹੁੰਦਾ ਹੈ ਔਰ ਨੇੜੇ ਹੋਣ ਦੀ ਕੋਸ਼ਿਸ਼ ਕਰਦਾ ਹੈ। ਜੇ ਕਿਤੇ ਅਰਸ਼ਾਂ ਤੋਂ ਫਰਸ਼ਾਂ ਤੇ ਡਿੱਗ ਪਵੇ, ਆਪਣੇ ਵੀ ਪਹਿਚਾਣਦੇ ਨਹੀਂ। ਸਤਿਗੁਰੂ ਕਹਿੰਦੇ ਇਹ ਸਿਧਾਂਤ ਹਮੇਸ਼ਾ ਪੱਲੇ ਬੰਨਣਾ ਹੈ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ। ਹੁਕਮ ਕੀਏ ਮਨ ਭਾਵੰਦੇ, ਇੱਥੇ ਹੁਕਮ ਕੀਏ ਦੇ ਅਰਥ ਨੇ ਜਿਨ੍ਹਾਂ ਨੇ ਹਕੂਮਤਾਂ ਕੀਤੀਆਂ। ਮਨ ਭਾਵੰਦੇ ਮਨ ਮਾਨੀਆਂ, ਆਪਣੀ ਹਕੂਮਤ ਦੇ ਜ਼ੋਰ ਅੰਦਰ, ਆਪਣੀ ਰਾਜਸੀ ਤਾਕਤ ਦੇ ਜ਼ੋਰ ਅੰਦਰ ਮਨ ਮਾਨੀਆਂ ਕਰਦੇ ਰਹੇ। ਰਾਹ ਭੀੜਾ ਅੱਗੇ ਜਾਵਣਾ। ਕਦੀ ਸੋਚਿਆ ਜੇ ਇਹ ਜਿਤਨੇ ਵੀ ਕਿਸੇ ਨੇ ਹਕੂਮਤ ਦੀ ਤਾਕਤ ਦੇ ਨਾਲ ਜਾਂ ਹੋਰ ਕਿਤੇ ਲੋਭ ਦੇ ਕਾਰਨ ਜੋ ਮਨ ਮਾਨੀਆਂ ਕੀਤੀਆਂ, ਇੱਕ ਦਿਨ ਲੇਖਾ ਦੇਣਾ ਔਖਾ ਹੋ ਜਾਣਾ। ਰਾਹ ਭੀੜਾ ਅੱਗੇ ਜਾਵਣਾ ਦੇ ਅਰਥ ਨੇ ਉਸ ਵੇਲੇ ਇਹ ਤੈਨੂੰ ਇਮਤਿਹਾਨ ਵਿੱਚੋਂ ਪਾਸ ਹੋਣਾ ਔਖਾ ਹੋ ਜਾਣਾ ਹੈ। ਨੰਗਾ ਦੋਜ਼ਖ ਚਾਲਿਆ, ਤੇ ਉਸ ਵੇਲੇ ਜਦੋਂ ਪਾਪ ਮਨੁੱਖ ਦੇ ਉਗੜ ਜਾਂਦੇ ਨੇ, ਉਸ ਨੂੰ ਕਹਿਣਾ ਨੰਗਾ ਹੋਣਾ। ਮਨੁੱਖ ਪਾਪ ਕਰਦਾ ਪਰਦੇ ਵਿੱਚ ਛੁਪ ਕੇ, ਪਰ ਇੱਕ ਦਿਨ ਇਹਦਾ ਪਾਪ ਜਗਤ ਵਿੱਚ ਉਜਾਗਰ ਹੋ ਜਾਂਦਾ। ਕਹਿੰਦੇ ਨੇ 2 ਚੀਜ਼ਾਂ ਨੇ, ਇੱਕ ਚੰਗਿਆਈਆਂ ਇੱਕ ਬੁਰਾਈਆਂ, ਦੋਨੋਂ ਹੀ ਕਦੀ ਛੁਪਦੀਆਂ ਨਹੀਂ। ਚੰਗਿਆਈ ਵੀ ਆਖਰ ਪ੍ਰਗਟ ਹੋ ਜਾਂਦੀ ਹੈ, ਬੁਰਾਈ ਵੀ ਪ੍ਰਗਟ ਹੋ ਜਾਂਦੀ ਹੈ। ਚੰਗਿਆਈ ਦਾ ਫਲ ਹੈ ਵਡਿਆਈ, ਬੁਰਾਈ ਦਾ ਫਲ ਹੈ ਲਾਹਨਤ। ਤੇ ਲਾਹਨਤ ਮਨੁੱਖ ਨੂੰ ਕਲਪਨਾ ਦਿੰਦੀ, ਬੇਚੈਨੀ ਦਿੰਦੀ ਹੈ, ਤੇ ਤਾਂ ਦਿਸੈ ਖਰਾ ਡਰਾਵਣਾ। ਫਿਰ ਇਹ ਬੜਾ ਭਿਆਨਕ ਆਪਣੇ ਆਪ ਨੂੰ ਮੰਨ ਰਿਹਾ, ਫਿਰ ਇਸ ਨੂੰ ਬੜਾ ਡਰਾਉਣਾ ਆਪਣਾ ਸਰੂਪ ਦਿਸਦਾ ਹੈ। ਪਰ ਜਿਸ ਵੇਲੇ ਇਹਨੇ ਆਪਣੇ ਅੰਦਰੋਂ ਭਿਆਨਕ ਜੀਵਨ ਬਣਾਉਂਦਾ, ਉਸ ਵੇਲੇ ਇਹਨੂੰ ਪਤਾ ਨਹੀਂ, ਕਿਉਂਕਿ ਇਹਦੀ ਮੱਤ ਤੇ
ਇਹਦੀ ਸੁਰਤ ਤੇ ਲੋਭ ਹਾਵੀ ਹੈ। ਆਖਰੀ ਪੰਕਤੀ ਜੋ ਆਪਾਂ ਸਰਵਣ ਕੀਤੀ, ਕਰ ਔਗਣ ਪਛੋਤਾਵਣਾ, ਮਨੁੱਖ ਭੈੜੇ ਕਰਮ ਕਰਦਾ ਹੈ। ਲੋਭ ਦੇ ਵਿੱਚ ਅੰਨਾ ਹੋ ਕੇ, ਦੁਨਿਆਵੀ ਰਸਾਂ ਵਿੱਚ ਅੰਨਾ ਹੋ ਕੇ, ਪਰ ਜਦੋਂ ਇਹਦੀ ਝੋਲੀ ਵਿੱਚ ਪਛਤਾਵਾ ਪੈਂਦਾ ਹੈ, ਇਹਦੇ ਜੀਵਨ ਵਿੱਚ ਐਸੇ ਇਸ ਨੂੰ ਫਲ ਮਿਲਦੇ ਨੇ, ਇਹਨੂੰ ਭੁਗਤਣੇ ਔਖੇ ਹੋ ਜਾਂਦੇ ਨੇ, ਉਸ ਵੇਲੇ ਫਿਰ ਪਛਤਾਉਂਦਾ ਏ, ਫਿਰ ਦੁਨੀਆ ਨੂੰ ਨਸੀਹਤਾਂ ਦਿੰਦਾ ਏ, ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਬੈਠਦਾ ਏ। ਸਤਿਗੁਰੂ ਦੀ ਬਾਣੀ, ਗੁਰੂ ਦਾ ਗਿਆਨ ਮਨੁੱਖ ਨੂੰ ਗਲਤ ਰਾਹ ਤੋਂ ਰੋਕਦੀ ਹੈ, ਮਨੁੱਖ ਨੂੰ ਪਾਪ ਕਰਮਾਂ ਤੋਂ ਰੋਕਦੀ ਹੈ। ਜੇ ਧਰਮੀ ਵੀ ਪਾਪ ਕਰਮਾਂ ਤੇ ਤੁਰਿਆ ਹੋਇਆ, ਜੇ ਧਰਮੀ ਵੀ ਝੂਠ ਦੇ ਮਾਰਗ ਤੇ ਤੁਰਿਆ ਹੋਇਆ, ਇਹਦਾ ਮਤਲਬ ਉਸਨੇ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਵਰਤਿਆ ਨਹੀਂ। ਸਤਿਗੁਰੂ ਜੀ ਨੇ ਇੱਕ ਚੋਟ ਵੀ ਮਾਰੀ ਹੈ, ਮਾਇਆ ਕਾਰਨ ਵਿਦਿਆ ਵੇਚੈ, ਜਨਮ ਅਵਿਰਥਾ ਜਾਈ। ਗੁਰੂ ਦਾ ਗਿਆਨ, ਗੁਰੂ ਦੀ ਬਾਣੀ 4 ਟਕਿਆਂ ਲਈ ਵੇਚਣ ਵਾਸਤੇ ਨਹੀਂ ਪਿਆਰਿਆ, ਇਹ ਜ਼ਿੰਦਗੀ ਵਿੱਚ ਅਪਣਾਉਣ ਵਾਸਤੇ ਹੈ। ਭਾਵੇਂ ਇਹ ਗਿਆਨ ਨੂੰ ਵੇਚਣ ਵਾਸਤੇ ਸੌਦੇ ਹੁੰਦੇ ਪਏ ਨੇ, ਪਰ ਇਹ ਵੇਚਣ ਵਾਲੀ ਖੇਡ ਨਹੀਂ। ਨਾ ਕੋਈ ਗੁਰਬਾਣੀ ਨੂੰ ਵੇਚ ਸਕਦਾ ਤੇ ਨਾ ਕੋਈ ਇਸ ਨੂੰ ਖਰੀਦ ਸਕਦਾ। ਜਿੱਥੋਂ ਤੱਕ ਖਰੀਦਣ ਦੀ ਗੱਲ ਹੈ, ਤੈਂ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ, ਸੀਸ ਵੱਢੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਇਤਨੀ ਅਨਮੋਲ ਵਸਤੂ ਦਾ 4 ਟਕਿਆਂ ਨਾਲ ਕੋਈ ਮੁੱਲ ਪਾਵੇ, ਇਹ ਬਚਪਨ ਤੋਂ ਹੀ ਬੱਚਿਆਂ ਦੇ ਅੰਦਰ ਬੀਜ ਬੀਜਣੇ ਨੇ। ਅਗਲੇ ਸ਼ਲੋਕ ਅੰਦਰ ਸਤਿਗੁਰੂ ਜੀ ਉਸ ਵੇਲੇ ਬ੍ਰਾਹਮਣ ਦੀ ਕਿਰਿਆ, ਜਨੇਊ ਪਾਉਣ ਦੀ ਕਿਰਿਆ, ਉਹਦੇ ਅੰਦਰ ਛੁਪਿਆ ਹੋਇਆ ਇੱਕ ਸੂਖਸ਼ਮ ਲੋਭ, ਉਸ ਨੂੰ ਉਜਾਗਰ ਕਰਨਗੇ। ਗੁਰੂ ਬਖਸ਼ਿਸ਼ ਕਰਨ, ਗੁਰਬਾਣੀ ਦਾ ਗਿਆਨ ਸਾਡੇ ਜੀਵਨ ਦੀ ਰਹਿਨਮਾਈ ਬਣੇ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਗਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਬਰਿੰਦਰਜੀਤ ਸਿੰਘ ਜੀ ਔਜਲਾ। ਅਰਦਾਸ ਹੈ ਕਿ ਪ੍ਰਮਾਤਮਾ ਉਹਨਾਂ ਨੂੰ ਨਾਮਦਾਨ ਅਤੇ ਕਾਰੋਬਾਰ ਵਿੱਚ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਸਾਡੇ ਸੁਣਨ ਵਾਲਿਆਂ ਦੀ ਪਾਰਟਿਸਿਪੇਸ਼ਨ ਦਾ ਸਵਾਗਤ ਹੈ। ਸਿੱਖ ਵੈਲਿਊਜ਼ ਨੂੰ ਉਜਾਗਰ ਕਰਨ ਵਾਲੇ ਪ੍ਰੋਗਰਾਮ ਅਸੀਂ ਲਗਾਤਾਰ ਬਣਾਵਾਂਗੇ, ਜਿਵੇਂ ਕਿ ਇੰਟਰਵਿਊਜ਼ ਵਿਦ ਪ੍ਰੋਮੀਨੈਂਟ ਸਿੱਖ ਪਰਸਨੈਲਿਟੀਜ਼, ਟਾਕਸ ਐਂਡ ਡਿਸਕਸ਼ਨਸ, ਰਾਗਾਂ ਤੇ ਆਧਾਰਿਤ ਗੁਰਬਾਣੀ ਦਾ ਰਸ ਭਿੰਨਾ ਕੀਰਤਨ। ਟੈਲੈਂਟਡ ਸਿੱਖਸ ਇਨ ਆਲ ਫੀਲਡਸ ਆਫ ਲਾਈਫ ਵਿਲ ਬੀ ਪ੍ਰੋਜੈਕਟਡ। ਇਸ ਪ੍ਰਯੋਜਨ ਵਿੱਚ ਸਾਡਾ ਕੋਈ ਨਿੱਜੀ ਸਵਾਰਥ ਨਹੀਂ ਹੈ ਤੇ ਨਾ ਹੀ ਕੋਈ ਦਿਖਾਵਾ। ਆਪਣੀ ਕੌਮ ਸਿੱਖ ਪੰਥ ਦੀ ਸੇਵਾ ਹਿੱਤ ਇਹ ਨਿੱਕਾ ਜਿਹਾ ਫਰਜ਼ ਅਦਾ ਕਰਨ ਦਾ ਇੱਕ ਤਰਲਾ ਹੈ।